हेलो गुड मॉर्निंग स्टूडेंट। अपना सब्जेक्ट चल रहा है MIS मैनेजमेंट इनफॉर्मेशन सिस्टम। ठीक है, जो ਆਪਾਂ ਸਿਸਟਮ ਐਨਾਲਿਸਿਸ ਟੂਲ ਕਰ ਰਹੇ ਸੀਗੇ ਉਹ ਆਪਣੇ ਡਨ ਹੋ ਗਏ ਸੀ। ਇੱਕ ਆਪਣੀ ਲਾਈਫ ਸਾਈਕਲ ਦਾ ਜਿਹੜਾ ਪ੍ਰੋਸੈਸ ਚੱਲ ਰਿਹਾ ਸੀ ਉਹ ਚੱਲ ਰਿਹਾ ਸੀ। ਇਹਦੇ ਵਿੱਚ ਅੱਜ ਆਪਾਂ ਨੈਕਸਟ ਫੇਜ਼ ਜਿਹੜਾ ਕਰਨਾ ਹੈਗਾ ਇੰਪਲੀਮੈਂਟੇਸ਼ਨ ਹੁੰਦਾ ਵੀ ਜੋ ਵੀ ਚੀਜ਼ ਤੁਸੀਂ ਬਣਾ ਲਈ, ਜੋ ਵੀ ਤੁਹਾਡੀ ਲਾਈਫ ਸਾਈਕਲ ਦਾ ਇੱਕ ਅਗਲਾ ਪਾਰਟ ਹੈ, ਜੋ ਤੁਸੀਂ ਡਿਜ਼ਾਈਨ ਤਿਆਰ ਕਰ ਲਿਆ, ਕੋਡਿੰਗ ਹੋ ਗਈ, ਉਸ ਤੋਂ ਬਾਅਦ ਉਸ ਚੀਜ਼ ਨੂੰ ਚਲਾ ਕੇ ਦੇਖਣਾ, ਇੰਪਲੀਮੈਂਟ ਕਰਕੇ ਦੇਖਣਾ ਵੀ ਉਹ ਪ੍ਰੋਪਰਲੀ ਚੱਲ ਰਿਹਾ ਜਾਂ ਨਹੀਂ ਚੱਲ ਰਿਹਾ। ਤਾਂ ਉਹ ਆਪਣਾ ਕਿਹੜਾ ਫੇਸ ਹੋਊਗਾ? ਇੰਪਲੀਮੈਂਟੇਸ਼ਨ ਫੇਸ ਹੋਊਗਾ। ਇਹਦੇ ਵਿੱਚ ਕੀ ਹੁੰਦਾ? ਇੰਪਲੀਮੈਂਟੇਸ਼ਨ ਆਫ ਅ ਕੰਪਿਊਟਰ ਸਿਸਟਮ ਰਿਪਲੇਸ ਅ ਮੈਨੂਅਲ ਸਿਸਟਮ ਵਿਚ ਐਕੁਜੀਸ਼ਨ ਆਫ ਕੰਪਿਊਟਰ ਹਾਰਡਵੇਅਰ ਐਂਡ ਸੌਫਟਵੇਅਰ ਫਾਈਲ ਕਨਵਰਜ਼ਨ ਕ੍ਰੀਏਟਿੰਗ ਸੋਰਸ ਫਾਈਲ ਐਂਡ ਯੂਜ਼ਰ ਟ੍ਰੇਨਿੰਗ। ਤਾਂ ਇਹਦੇ ਵਿੱਚ ਪੂਰੀ ਇੰਪਲੀਮੈਂਟੇਸ਼ਨ ਕੀਤੀ ਜਾਂਦੀ ਹੈ, ਮੈਨੂਅਲ ਸਿਸਟਮ ਦੇ ਅਕੋਰਡਿੰਗ ਚੈੱਕ ਕੀਤਾ ਜਾਂਦਾ। ਉਸ ਤੋਂ ਇਲਾਵਾ ਕਹਿੰਦੇ ਇੰਪਲੀਮੈਂਟੇਸ਼ਨ ਦੇ ਵਿੱਚ ਜੇ ਕੋਈ ਪੁਰਾਣਾ ਸਿਸਟਮ ਹੈ ਉਹਨੂੰ ਰੀਪਲੇਸ ਕਰਨਾ ਵਿਦਿਨ ਅ ਨਿਊ ਸਿਸਟਮ ਟੂ ਐਗਜ਼ਿਸਟਿੰਗ ਸਿਸਟਮ, ਜਾਂ ਫਿਰ ਮੋਡੀਫਾਈ ਕਰਨਾ। ਜੇ ਕੋਈ ਪੁਰਾਣੇ ਸਿਸਟਮ ਦੇ ਵਿੱਚ ਕੁਝ ਚੀਜ਼ਾਂ ਨਹੀਂ ਪਸੰਦ ਆਈਆਂ ਉਹਨਾਂ ਨੂੰ ਚੇਂਜ ਕਰਕੇ ਮੋਡੀਫਾਈ ਕਰਕੇ ਯੂਜ਼ ਕਰਨਾ, ਉਹਨਾਂ ਨੂੰ ਚਲਾਉਣਾ। ਅਤੇ ਇਹਦੇ ਵਿੱਚ ਇਹ ਤੋਂ ਬਾਅਦ ਤੁਸੀਂ ਆ ਜਿਹੜਾ ਹੈਗਾ ਸਿਰਫ ਇਹਦਾ ਨੇਮ ਕਰਨਾ, ਸਿਸਟਮ ਇੰਪਲੀਮੈਂਟੇਸ਼ਨ ਐਕਟੀਵਿਟੀਜ਼ ਕਿਹੜੀਆਂ ਆਏ ਨੇ, ਜਿਵੇਂ ਐਕੁਜੀਸ਼ਨ ਆਫ ਹਾਰਡਵੇਅਰ ਸੌਫਟਵੇਅਰ ਸਰਵਿਸਿਜ਼ ਡਾਟਾ ਕਨਵਰਜ਼ਨ ਐਂਡ ਯੂਜ਼ਰ ਟ੍ਰੇਨਿੰਗ ਅਤੇ ਕਨਵਰਜ਼ਨ। ਇਹਦੇ ਵਿੱਚ ਤੁਸੀਂ ਦੋ ਲਾਈਨਾਂ ਸਟੂਡੈਂਟ ਪੜ੍ਹ ਲੈਣੀ ਹੈ, ਕੁਝ ਜ਼ਿਆਦਾ ਤੁਸੀਂ ਇਹਨੂੰ ਡੈਪਥ 'ਚ ਜਾ ਕੇ ਨਹੀਂ ਕਰਨਾ ਇਹਨਾਂ ਚੀਜ਼ਾਂ ਨੂੰ। ਠੀਕ ਹੈ ਜੀ, ਤਾਂ ਦੋ ਲਾਈਨਾਂ ਦੇ ਵਿੱਚ ਤੁਸੀਂ ਪੜ੍ਹ ਕੇ ਦੇਖ ਲਿਓ ਇੰਪਲੀਮੈਂਟੇਸ਼ਨ ਫੇਜ਼ ਦੇ ਵਿੱਚ। ਲਾਸਟ ਇਹਦੇ ਵਿੱਚ ਆ ਜਾਂਦਾ ਫਿਰ ਮੇਨਟੇਨੈਂਸ ਕੀ ਹੈ? ਕਹਿੰਦੇ ਜਦੋਂ ਤੁਸੀਂ ਇੱਕ ਪੂਰਾ ਸਿਸਟਮ ਬਣਾ ਲਿਆ, ਸਿਸਟਮ ਨੂੰ ਇੰਪਲੀਮੈਂਟ ਕਰ ਲਿਆ, ਸਿਸਟਮ ਨੂੰ ਕਿਸੇ ਯੂਜ਼ਰ ਦੀ ਸਾਈਟ 'ਤੇ ਲੋਡ ਕਰਤਾ, ਉਹਨੂੰ ਚਲਾ ਕੇ ਦੇਖਣ ਲੱਗ ਗਏ, ਉਸ ਤੋਂ ਬਾਅਦ ਕਈ ਵਾਰੀ ਸਿਸਟਮ ਨੂੰ ਮੇਨਟੇਨ ਕਰਨ ਦੀ ਜ਼ਰੂਰਤ ਪੈਂਦੀ ਹੈ। ਸਿਸਟਮ ਦੇ ਵਿੱਚ ਕਈ ਵਾਰੀ ਕੋਈ ਨਾ ਕੋਈ ਐਰਰ ਆ ਜਾਂਦੇ ਆ, ਤਾਂ ਉਹਨੂੰ ਮੇਨਟੇਨ ਕਰਨਾ ਜ਼ਰੂਰੀ ਹੁੰਦਾ। ਅਤੇ ਮੇਨਟੇਨ ਕਿਹੜਾ ਕਰੂਗਾ? ਜਿਹੜੇ ਯੂਜ਼ਰ ਨੇ ਉਸ ਸਿਸਟਮ ਨੂੰ ਬਣਾਇਆ ਉਹੀ ਉਸ ਸਿਸਟਮ ਨੂੰ ਕੀ ਕਰਦਾ? ਮੇਨਟੇਨ ਕਰਦਾ। ਤਾਂ ਜਨਰਲੀ ਸਿਸਟਮ ਮੇਨਟੇਨੈਂਸ ਇਜ਼ ਪਰਫੋਰਮੈਂਸ ਆਫ 3 ਰੀਜ਼ਨ। ਪਹਿਲਾ ਹੈਗਾ ਟੂ ਕਰੈਕਟ ਐਰਰ, ਅਨਕਵਰਿੰਗ ਬਗਜ਼ ਇਨ ਅ ਪ੍ਰੋਗਰਾਮ ਐਂਡ ਵੀਕਨੈਸਿਸ ਇਨ ਦਾ ਡਿਜ਼ਾਈਨ। ਜੇ ਕੋਈ ਡਿਜ਼ਾਈਨ ਦੇ ਵਿੱਚ ਕੋਈ ਕਮੀ ਹੈ, ਠੀਕ ਹੈ, ਕੋਈ ਬਗਜ਼ ਹੈ ਜਾਂ ਕੋਈ ਐਰਰ ਹੈ, ਉਹਨਾਂ ਨੂੰ ਰਿਕਵਰ ਕਰਨ ਵਾਸਤੇ ਤੇ ਇਹਨੂੰ ਆਪਾਂ ਯੂਜ਼ ਕਰਦੇ ਹਾਂ। ਟੂ ਕੀਪ ਸਿਸਟਮ ਕਰੰਟ ਓਵਰ ਦਾ ਟਾਈਮ, ਚੇਂਜ ਅਕਰ ਇਨ ਅ ਸਿਸਟਮ ਇਨਵਾਇਰਮੈਂਟ ਡੈਟ ਰਿਕੁਆਇਰ ਮੋਡੀਫਿਕੇਸ਼ਨ ਆਫ ਦਾ ਸਿਸਟਮ। ਜਿਹੜੇ ਸਿਸਟਮ ਦੇ ਵਿੱਚ ਟਾਈਮ ਦੇ ਅਕੋਰਡਿੰਗ ਕੋਈ ਮੋਡੀਫਿਕੇਸ਼ਨ ਕਰਨੀਆਂ ਪੈਂਦੀਆਂ ਉਹਨਾਂ ਦਾ ਧਿਆਨ ਰੱਖਣਾ। ਟੂ ਇੰਪਰੂਵ ਦਾ ਸਿਸਟਮ ਕੰਟੀਨਿਊਸ ਇੰਪਰੂਵਮੈਂਟ। ਉਸ ਤੋਂ ਇਲਾਵਾ ਕੰਟੀਨਿਊ ਵੇ ਦੇ ਵਿੱਚ ਸਿਸਟਮ ਨੂੰ ਟਾਈਮ ਟੂ ਟਾਈਮ ਇੰਪਰੂਵ ਕਰ। ਇਹ ਨਹੀਂ ਵੀ ਅੱਜ ਆਪਾਂ ਕਰਤਾ, ਜ਼ਰੂਰਤਾਂ ਚੇਂਜ ਹੁੰਦੀਆਂ ਰਹਿੰਦੀਆਂ, ਜਿਸ ਹਿਸਾਬ ਨਾਲ ਜ਼ਰੂਰਤਾਂ ਚੇਂਜ ਹੁੰਦੀਆਂ ਰਹਿੰਦੀਆਂ ਉਸ ਹਿਸਾਬ ਨਾਲ ਸਿਸਟਮ ਨੂੰ ਚੇਂਜ ਕਰਨਾ ਪੈਂਦਾ, ਤਾਂ ਉਹ ਕੰਟੀਨਿਊ ਪ੍ਰੋਸੈਸ ਦੇ ਅਕੋਰਡਿੰਗ ਚੱਲਦਾ ਰਹਿੰਦਾ। ਹੁਣ ਕਹਿੰਦੇ ਜਿਹੜੀ ਆਪਣੀ ਮੇਨਟੇਨੈਂਸ ਹੈ ਦੋ ਤਰ੍ਹਾਂ ਦੀ ਹੋ ਗਈ, ਇੱਕ ਤਾਂ ਹਾਰਡਵੇਅਰ ਮੇਨਟੇਨੈਂਸ ਹੋ ਗਈ, ਇੱਕ ਸੌਫਟਵੇਅਰ ਮੇਨਟੇਨੈਂਸ ਹੋ ਗਈ। ਹਾਰਡਵੇਅਰ ਮੇਨਟੇਨੈਂਸ ਮਤਲਬ ਕੀ ਹੁੰਦਾ? ਕੋਈ ਹਾਰਡਵੇਅਰ ਡਿਵਾਈਸ ਜਿਹੜੇ ਡਿਵਾਈਸ ਆਪਾਂ ਟੱਚ ਕਰ ਸਕਦੇ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਆਏ ਨੇ ਉਹਨੂੰ ਹਾਰਡਵੇਅਰ ਕਹਿੰਦੇ ਆ। ਜਿਵੇਂ ਹੋ ਗਿਆ ਜਿਵੇਂ ਪ੍ਰੀਵੈਂਟਿੰਗ ਮੇਨਟੇਨੈਂਸ ਦੇ ਵਿੱਚ ਕੀ ਹੈ? ਸਟਿਚ ਇਨ ਟਾਈਮ ਦੈਟ ਸੇਵਸ ਨਾਈਮ। ਪ੍ਰੀਵੈਂਟਿੰਗ ਮੇਨਟੇਨੈਂਸ ਆਫ ਹਾਰਡਵੇਅਰ ਪ੍ਰੀਕਾਸ਼ਨਰੀ ਮੈਜ਼ਰ। ਇਹਦੇ ਵਿੱਚ ਦੇਖਿਆ ਜਾਂਦਾ ਹੈ ਕਹਿੰਦੇ ਜਿੰਨੀਆਂ ਮਸ਼ੀਨ ਚੱਲਦੀਆਂ ਉਹਨਾਂ ਦੇ ਵਿੱਚ ਕੋਈ ਮਸ਼ੀਨ ਦੇ ਵਿੱਚ ਕੋਈ ਖਰਾਬੀ ਆ ਜਾਂਦੀ ਉਹਨਾਂ ਨੂੰ ਸਹੀ ਕਰਨਾ। ਬ੍ਰੇਕਡਾਊਨ ਮੇਨਟੇਨੈਂਸ, ਕੋਈ ਪਾਰਟ ਮਸ਼ੀਨ ਦਾ ਡੈਮੇਜ ਹੋ ਗਿਆ ਉਹਨੂੰ ਰਿਪੇਅਰ ਕਰਵਾਉਣਾ। ਰੀਪਲੇਸ ਮੇਨਟੇਨੈਂਸ, ਕੋਈ ਕੀਬੋਰਡ ਮਾਊਸ ਮੋਨੀਟਰ ਕੋਈ ਖਰਾਬ ਹੋ ਗਿਆ ਉਹਨੂੰ ਰਿਪਲੇਸ ਕਰਵਾਉਣਾ, ਉਹ ਰਿਪਲੇਸ। ਇਹ ਸਾਰੇ ਕਿਹਦੇ ਵਿੱਚ ਆ ਰਹੇ? ਹਾਰਡਵੇਅਰ ਮੇਨਟੇਨੈਂਸ ਦੇ ਵਿੱਚ। ਉਸ ਤੋਂ ਬਾਅਦ ਇਹਦੇ ਵਿੱਚ ਆਉਂਦੀ ਹੈ ਸੌਫਟਵੇਅਰ ਮੇਨਟੇਨੈਂਸ ਸੌਫਟਵੇਅਰ ਕੀ ਹੁੰਦਾ? ਸੈੱਟ ਆਫ ਇੰਸਟਰਕਸ਼ਨ। ਜਿਹੜੇ ਸੌਫਟਵੇਅਰ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ ਉਸ ਸੌਫਟਵੇਅਰ ਦੇ ਵਿੱਚ ਕੋਈ ਪ੍ਰੋਬਲਮ ਆ ਗਈ, ਕੋਈ ਫਾਈਲ ਮਿਸ ਹੋ ਗਈ ਤਾਂ ਉਹਨੂੰ ਮੇਨਟੇਨ ਕਰਨਾ, ਰੀਯੂਜ਼ ਕਰਨਾ। ਤਾਂ ਉਹ ਸਾਰਾ ਕੰਮ ਕਿਹਦੇ ਵਿੱਚ ਆ ਜਾਂਦਾ? ਸੌਫਟਵੇਅਰ ਮੇਨਟੇਨੈਂਸ ਦੇ ਵਿੱਚ ਆ ਜਾਂਦਾ। ਪੋਸਟ ਇੰਪਲੀਮੈਂਟੇਸ਼ਨ ਐਂਡ ਮੇਨਟੇਨੈਂਸ। ਪੋਸਟ ਕਹਿੰਦੇ ਮੇਨਟੇਨ ਕਰਨ ਤੋਂ ਬਾਅਦ ਲਾਸਟ ਫੇਜ਼ ਆ ਜਾਂਦਾ ਪੋਸਟ ਇੰਪਲੀਮੈਂਟੇਸ਼ਨ ਐਂਡ ਮੇਨਟੇਨੈਂਸ। ਇੱਕ ਵਾਰੀ ਮੇਨਟੇਨੈਂਸ ਤੁਸੀਂ ਕਰਤੀ, ਜੋ ਵੀ ਯੂਜ਼ਰ ਨੇ ਕਿਹਾ ਸੀ ਚੇਂਜਿਸ ਕਰਤੇ, ਤਾਂ ਉਹ ਕੀ ਹੋ ਜਾਂਦੀ ਆਪਣੀ ਪੋਸਟ ਇੰਪਲੀਮੈਂਟੇਸ਼ਨ ਐਂਡ ਮੇਨਟੇਨੈਂਸ। ਕਹਿੰਦੇ ਐਰਰ ਕੱਢਣ ਤੋਂ ਬਾਅਦ ਦੁਬਾਰਾ ਸਿਸਟਮ ਨੂੰ ਇੰਪਲੀਮੈਂਟ ਕਰਨਾ ਅਤੇ ਦੁਬਾਰਾ ਉਹਨੂੰ ਮੇਨਟੇਨ ਕਰਨਾ। ਫਿਰ ਦੁਬਾਰਾ ਚੈੱਕ ਕਰਨਾ ਵੀ ਯੂਜ਼ਰ ਨੇ ਜਿਹੜੀਆਂ ਐਰਰਸ ਆਪਾਂ ਨੂੰ ਦਿੱਤੀਆਂ ਸੀ ਉਹਨਾਂ ਨੂੰ ਆਪਾਂ ਕੱਢ ਕੇ ਦੁਬਾਰਾ ਸਿਸਟਮ ਨੂੰ ਇੰਪਲੀਮੈਂਟ ਕਰ ਰਹੇ ਹਾਂ, ਦੁਬਾਰਾ ਚਲਾ ਰਹੇ ਹਾਂ। ਤਾਂ ਦੁਬਾਰਾ ਜੇ ਕੋਈ ਮੇਨਟੇਨੈਂਸ ਦੀ ਜ਼ਰੂਰਤ ਪੈਂਦੀ ਤਾਂ ਸਾਈਕਲ ਦੇ ਅਕੋਰਡਿੰਗ ਇਹ ਪ੍ਰੋਸੈਸ ਜਿਹੜਾ ਉਹ ਚੱਲਦਾ ਰਹਿੰਦਾ। ਉਸ ਤੋਂ ਬਾਅਦ ਸਟੂਡੈਂਟ ਇਹਦੇ ਵਿੱਚ ਤੁਹਾਡਾ ਸਿਸਟਮ ਡਿਵੈਲਪਮੈਂਟ ਅਪਰੋਚਿਸ ਆ ਜਾਊਗਾ, ਜਿਹਦੇ ਵਿੱਚ ਆਪਣੇ ਅਲੱਗ ਤਰ੍ਹਾਂ ਦੇ ਮਾਡਲਸ ਹੈ, ਜਿਵੇਂ ਵਾਟਰਫਾਲ ਮਾਡਲ ਹੈ, ਪ੍ਰੋਟੋਟਾਈਪਿੰਗ ਮਾਡਲ ਹੈ, ਇਟਰੇਟਿਵ ਐਨਹਾਂਸਮੈਂਟ ਮਾਡਲ ਹੈ ਅਤੇ ਸਪਾਈਰਲ ਮਾਡਲ ਹੈ। ਤਾਂ ਕਹਿੰਦੇ ਜਿਹੜੇ ਮਾਡਲ ਹੁੰਦੇ ਆ ਨਾ ਇਹ ਦੋ ਤਰ੍ਹਾਂ ਦੀ ਪਹਿਲਾਂ ਤਾਂ ਆਪਣੇ ਕੋਲ ਮੈਥਡ ਹੁੰਦੇ ਆ ਹਰੇਕ ਮਾਡਲ ਦੇ ਵਿੱਚ, ਟੌਪ ਡਾਊਨ ਅਪਰੋਚ ਅਤੇ ਬਾਟਮ ਅਪ। ਟੌਪ ਡਾਊਨ ਮੈਥਡ ਕੀ ਹੁੰਦਾ? ਜਿਹੜਾ ਉੱਪਰੋਂ ਸ਼ੁਰੂ ਹੁੰਦਾ ਅਤੇ ਨੀਚੋਂ ਤੱਕ ਚੱਲਦਾ। ਮਤਲਬ ਪਹਿਲਾਂ ਸਟ੍ਰੈਟਜਿਕ ਮੈਨੇਜਮੈਂਟ ਆਊਗੀ, ਫਿਰ ਮਿਡਲ ਕਲਾਸ ਮੈਨੇਜਮੈਂਟ ਆਊਗੀ, ਫਿਰ ਲੋ ਮੈਨੇਜਮੈਂਟ ਆਊਗੀ। ਤਾਂ ਇਹ ਕੀ ਹੁੰਦਾ? ਟੌਪ ਡਾਊਨ ਮੈਥਡ ਹੁੰਦਾ। ਉਹਦਾ ਅਦਰ ਹੈਂਡ ਬਾਟਮ ਅਪ ਮੈਥਡ ਕੀ ਹੁੰਦਾ? ਜਿਹੜਾ ਨੀਚੇ ਤੋਂ ਸ਼ੁਰੂ ਹੋ ਕੇ ਉੱਪਰ ਤੱਕ ਚੱਲਦਾ। ਪਹਿਲਾਂ ਮਤਲਬ ਨਿਚਲੇ ਲੈਵਲ ਤੋਂ ਲੈ ਕੇ ਪਹਿਲਾਂ ਸਭ ਤੋਂ ਨਿਚਲਾ ਜਿਹੜਾ ਲੈਵਲ ਹੁੰਦਾ ਆਪਣਾ ਬਾਟਮ ਦਾ ਮੈਨੇਜ ਕੀਤਾ ਜਾਂਦਾ, ਫਿਰ ਮਿਡਲ ਦਾ, ਫਿਰ ਟੌਪ ਦਾ। ਤਾਂ ਬਾਟਮ ਅਪ ਦੇ ਵਿੱਚੋਂ ਨੀਚੋਂ ਤੋਂ ਚੀਜ਼ੇ ਨੂੰ ਉੱਪਰ ਲੈ ਕੇ ਜਾਣਾ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਦੇਖਦੇ ਹਾਂ ਵਾਟਰਫਾਲ ਮਾਡਲ ਕੀ ਹੁੰਦਾ। ਦਾ ਵਾਟਰਫਾਲ ਮਾਡਲ, ਇਹਨੂੰ ਵਾਟਰਫਾਲ ਮਾਡਲ ਕਿਉਂ ਕਹਿੰਦੇ? ਦੇਖੋ ਜਿਹੜਾ ਡਾਇਗਰਾਮ ਬਣਿਆ ਨਾ, ਜਿਵੇਂ ਵਾਟਰ ਫਲੋ ਹੁੰਦਾ ਨਾ, ਇੱਕ ਪਹਾੜਾਂ ਤੋਂ ਥੱਲੇ ਡਿੱਗਦਾ ਤਾਂ ਵਾਟਰਫਾਲ ਹੋ ਰਿਹਾ, ਦੇਖੋ ਅਸੀਂ ਬਣਾਇਆ ਹੋਇਆ, ਤਾਂ ਕਰਕੇ ਇਹਨੂੰ ਅਸੀਂ ਫੇਜ਼ਿਸ ਹੈ ਇਹਦੇ, ਇਹਨੂੰ ਵਾਟਰਫਾਲ ਮਾਡਲ ਕਹਿੰਦੇ।
ਵਾਟਰਫਾਲ ਮॉडल इज़ द ईजीएस्ट अर्लीएस्ट मैथड ऑफ स्ट्रक्चर सिस्टम डिवेलपमेंट। किसी भी सिस्टम की वधिया डिवेलपमेंट लिए यूज़ किया जाता है। कम अंडर अटैक इन रिसेंट ऑफ बीइंग टू रियलिस्टिक वैन इट कम्स क्विकली मीटिंग कस्टमर नीड्स एंड वाटरफॉल मॉडल इज स्टिल वाइडली यूज। कहते हुण पहला घट यूज़ होने लग गया सी, पर हुण जिहड़ा हैगा देखिए तां इहदी टाइम टू टाइम इंप्रूवमेंट के नाल ही काफ़ी ज़्यादा यूज़ होने लग गया दोबारा तो। इट इज़ अ प्रोवाइडिंग ऑफ थ्योरेटिकल बेसिस प्रोसैस मॉडल, ज़्यादा थ्योरी ते बेस मॉडल है, जेनरिक फॉर्म के हुंदा है। तो ये कई कई तरह के आपको स्टैप्स फॉलो करने पैंदे आ वाटरफॉल मॉडल में। उही स्टैप्स नूं देखो डायग्रामैटिकली इत्थे रिप्रजेंट किए, जिन्ने स्टैप्स है ना उन्होंने डायग्रामैटिकली एवें रिप्रजेंट किया गया। तो सब तो पहले आ जाता रिक्वायरमेंट एनालिसिस एंड डेफिनेशन। सब तो पहले तुसीं ये देखना भी जरूरत की है, किसी चीज़ को बनाने तो पहले उहदी जरूरतों का पता होना चाहिए। सारियां आप जिन्नियां भी एक सिस्टम नूं बनाउण दे लई कोई कलैक्टिव स्टैप है, ये आप रिक्वायरमेंट का एनालिसिस करते हैं, उन्होंने जरूरतों को इकट्ठा करते हैं। अपनी कोशिश की होंगी है भी जिहड़ियां जरूरतां जरूरी दियां उन्होंने रखा जाए तो अननैसैसरी जरूरतों को जिहड़ा है रिमूव कर दिता जाए, ताकि अपने डॉकूमेंट के सही तरीके इन्होंने प्लेस किया जाए। हरेक चीज़ में हरेक रिक्वायरमेंट को डिफाइन किया जाता है। फिर सिस्टम डिज़ाइन कहते जो आप सिस्टम जरूरतों आप रिक्वायर्ड इकट्ठा कर लिया, अपनी रिक्वायरमेंट इकट्ठा कर लिया, उस आप हम की बनानी है, एक डिज़ाइनिंग बनानी है, एक ब्लॉक फॉर्म के एक स्पिल्टिंग फॉर्म के जी कंपोनेंट्स वड्डियां उन्होंने स्पिल्ट करके थोड़ा थोड़ा डिवाइड करके एक प्रॉपर जोड़ा है एक डिज़ाइन जोड़ा है तैयार किया जाता है। सॉफ्टवेयर डिवेलपमेंट फेज क्या है, डिज़ाइनिंग फेज क्या है, जिहदे सॉफ्टवेयर की एक प्रॉपर डिज़ाइनिंग की जाती है। डिज़ाइनिंग सिस्टम डिज़ाइन करने तो बाद कहते सॉफ्टवेयर की डिज़ाइनिंग करनी, सिस्टम की डिज़ाइनिंग करनी। सिस्टम की डिज़ाइनिंग समझ लो भी हॉरिजेंटली कितना होगा, वर्टिकली कितना होगा, सिस्टम के किहड़े पार्ट्स होंगे, किहड़े एट्रीब्यूट्स होंगे। हुण सॉफ्टवेयर डिज़ाइन जिहड़ा हुण सिस्टम के सॉफ्टवेयर चलूगा उस तो बाद उन्होंने डिज़ाइन किया जाता है। मेन सॉफ्टवेयर डिज़ाइन ऑल वो कोडिंग मॉड्यूल्स किहड़े होणगे डिस्क्राइब किया जाता है, फंक्शनल कॉन्टेंट्स, एरर कंडीशनिंग, डायग्नोसिस, पूरा सारे बेसिस से इन्हू सॉफ्टवेयर डिज़ाइन किया जाता है। फिर उस तो बाद वो कोडिंग की जाती है। कहते सॉफ्टवेयर डिवेलपमेंट जो पूरी हो जाती है उस तो बाद वो की स्टार्ट की जाती है, कोडिंग स्टार्ट की जाती है। कोडिंग के पूरे फंक्शनल एस्पैक्ट्स देखे जाते हैं, ठीक है, किहड़ी लैंग्वेज यूज़ करनी है, किहड़ा कोड यूज़ होगा, किहड़े सिंटैक्स यूज़ होंगे, वो सारा कोडिंग के देखा जाता है। कोडिंग तो बाद सिस्टम इंटीग्रेशन एंड वेरीफिकेशन कहते जी हूँ तुम स्पिल्ट कीतियां सी चीज़ों को, कोई वड्डी प्रॉब्लम से छोटे छोटे हिस्से में डिवाइड किया सी, उस तो बाद उन्होंने सारिया चीज़ों को की करना, इंटीग्रेशन करवानी, उन्होंने इकट्ठा करना, फिर उन्होंने वेरीफिकेशन मतलब उन्होंने टेस्टिंग करती रहनी है नाल। जो कोई एरर है किसी मॉड्यूल के उन्होंने नाल दी नाल टेस्ट करना है कि नाल दी नाल टेस्ट करन ते अपना की हुंदा कोस्ट रिडक्शन होंदी है, कोस्ट नहीं ज़्यादा पैंदी ते चीज़ां वधिया तरीके नाल चलदियां रहिंदियां। सिस्टम वेरीफिकेशन आफ्टर जो सक्सैसफुली हो जाती है इंटीग्रेशन उस बाद सिस्टम को वेरीफाई किया जाता है। कोडिंग के कोई एरर तो है नहीं, सिस्टम सही तरीके डिवेलप होया, अपनी रिक्वायरमेंट के मैच हो रहा या नहीं हो रहा, सारिया चीज़ां देखिया जांदियां, सिस्टम वेरीफाई किया जाता है। फिर ऑपरेशनस एंड मेनटेनेंस एंड तो की होंगे जो भी वो ऑपरेशनस परफॉर्म होंगे वो सारे देखे जाते हैं। जे कोई ऑपरेशन अपनी जरूरतों के अकॉर्डिंग नहीं होए है उन्होंने किवें मेनटेन करना है, वो सिस्टम मेनटेनेंस फेज के इसनूं देखा जाता है। एडवांटेज की हो गया वाटरफॉल लाइफ साइकिल दी, एक तो ईजी टू एक्सप्लेन है, कोई भी यूजर इन्हों समझ सकता है आसानी के नाल। स्टेजिज है, स्टेजिज वैल डिफाइंड की हुई हैं ताकि समझनियाँ सौखियाँ। प्लैनिंग या शेड्यूलिंग करनी किसी प्रोजैक्ट की बहुत ईजी हो जाती है, उसके अलावा किसी भी प्रोजैक्ट की वेरीफिकेशन करनी, अंडरस्टैंडिंग करनी बहुत ज़्यादा ईजी हो जाती है। उसके अलावा कहते एडवांटेज के नाल वाटरफॉल मॉडल के कुछ प्रॉब्लम्स भी आती है। प्रॉब्लम्स की है कहते वाटरफॉल मॉडल के ना एक तो रिक्वायरमेंट सब तो पहला दसनिया पैंदियां। हुण देखो रिक्वायरमेंट आप पहला करके उन्होंने फ्रीज कर लेंगे, फ्रीज मतलब जमा के रख लेंगे भी यही रिक्वायरमेंट होनी आ, पर हो सकता जो आप सिस्टम बना रहे हैं बनाने समय पर अपनी रिक्वायरमेंट जरूरतां जिहड़ियां चेंज हो जान, लेकिन ये उन्होंने चेंज नहीं करता। जिहड़ियां रिक्वायरमेंट तुसीं सिस्टम बनाने तो पहला दसियां उही रिक्वायरमेंट रहनी है, ड्यूरिंग द होल फेज तुसीं उन्हां रिक्वायरमेंट चेंज नहीं कर सकते। ये सब तो वड्डी डिसएडवांटेज होंदी है वाटरफॉल मॉडल की। रिक्वायरमेंट की बेसिकली जी है कि हुण जे रिक्वायरमेंट चेंज करते हैं तो एक अपने एक्सपेंसिव भी पैंदा है, महंगा पैन लग जाता है, ठीक है। तो फिर टाइम कंज्यूमिंग भी हो जाता है, उन्होंने मैनेज करने के अपना टाइम भी काफ़ी ज़्यादा लग जाता है, उस प्रोजैक्ट को समझना मुश्किल हो जाता। तो ये सारिया इन्दियां की बन जांदियां फिर डिसएडवांटेज बन जांदियां। एक रिज्ड होंदा बहुत सख्ताई नाल, बहुत कठोर सिस्टम जिन्होंने आप कहते हैं रिज्ड सिस्टम, बहुत ही ज़्यादा हार्ड सिस्टम होंदा है। तो हार्ड सिस्टम के रिक्वायरमेंट जिहड़ा हैगा चेंज करना औखा हो जाता है, इसलिए अपन काफ़ी ज़्यादा प्रॉब्लम जिहड़ियां हैगियां वाटरफॉल मॉडल के विच देखनियां पैंदियां। तो ये सीगा स्टूडेंट्स वाटरफॉल मॉडल इंपॉर्टेंट है, ये जिन्ने भी मॉडल इन्होंने ध्यान नाल करना, पेपर के विच आउंदे इन्हां दे काफ़ी ज़्यादा चांसिस होंगे, इसलिए इन्होंने ध्यान नाल समझ लियो। जे हुण मैं तुहानूं करवाता है उस बाद तुसीं थ्योरी रीड करोगे, जो भी तुहानूं कोई प्रॉब्लम आती है कमेंट सैक्शन के विच आपदियां प्रॉब्लम जिहड़ियां हैगियां छड्ड दिओ, उन्हां प्रॉब्लम नूं लैके उन्होंने मैं कवरअप करने की कोशिश करूँगी। नैक्सट वीडियो के विच आपां प्रोटोटाइप मॉडल करना है, ठीक है जी। उस तो बाद इटरेटिव इनहैंसमेंट मॉडल
ਅਤੇ ਸਪਾਇਰਲ ਮਾਡਲ। ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਆਪਾਂ ਮਾਡਲ ਇਹ ਕੰਪਲੀਟ ਕਰਨ ਦੀ। ਥੈਂਕ ਯੂ ਸਟੂਡੈਂਟ, ਥੈਂਕ ਯੂ ਫॉर ਵਾਚਿੰਗ द ਵੀਡੀਓ।